हेलो डियर स्टूडेंट्स, हाउ आर यू? होप यू आर डूइंग गुड। ਅੱਜ ਅਸੀਂ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ ਇਲਾਸਟਿਸਿਟੀ। ਦੇਖੋ, ਜਦੋਂ ਅਸੀਂ ਕਿਸੇ ਬਾਡੀ ਦੇ ਉੱਪਰ ਫੋਰਸ ਲਗਾਉਂਦੇ ਹਾਂ, ਅਸੀਂ ਉਸ ਦੀ ਸ਼ੇਪ ਨੂੰ ਚੇਂਜ ਕਰਦੇ ਹਾਂ ਤਾਂ ਕੀ ਹੁੰਦਾ ਹੈ। ਸਪੋਜ਼ ਕਰੋ ਇਹ ਬਾਡੀ ਹੈ, ਠੀਕ ਹੈ। ਅਸੀਂ ਇਸ ਦੇ ਉੱਪਰ ਫੋਰਸ ਲਗਾ ਰਹੇ ਹਾਂ, ਇਸ ਦੀ ਸ਼ੇਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਸ ਦੀ ਸ਼ੇਪ ਨੂੰ ਡਿਸਟੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕੀ ਹੋਏਗਾ ਜੀ। ਇਹ ਬਾਡੀ ਕਿਸ ਚੀਜ਼ ਦੀ ਬਣੀ ਹੈ? ਇਹ ਬਾਡੀ ਐਟਮਸ ਦੀ ਬਣੀ ਹੈ। ਸਪੋਜ਼ ਕਰੋ ਕਿ ਇਹ ਐਟਮਸ ਹੈ, ਠੀਕ ਹੈ। ਹੁਣ ਇਹਨਾਂ ਐਟਮਸ ਦੇ ਵਿੱਚ ਜੋ ਇਕੁਇਲਿਬ੍ਰੀਅਮ ਦੇ ਵਿੱਚ ਡਿਸਟੈਂਸ ਹੈ, ਇਹ ਡਿਸਟੈਂਸ ਜੋ ਹੈ ਇਸ ਨੂੰ ਅਸੀਂ ਇੰਟਰਾਟੋਮਿਕ ਸਪੇਸਿੰਗ ਕਹਿੰਦੇ ਹਾਂ। ਜਿਸ ਤਰ੍ਹਾਂ ਇਹ ਡਿਸਟੈਂਸ ਹੈ, ਇਸ ਦੇ ਉੱਪਰ ਫੋਰਸ ਲਗਾਇਆ, ਦੋਨੋਂ ਸਾਈਡ ਤੋਂ ਸਪੋਜ਼ ਕਰੋ ਅਸੀਂ ਫੋਰਸ ਲਗਾ ਰਹੇ ਹਾਂ, ਤਾਂ ਜਦੋਂ ਫੋਰਸ ਲਗਾਉਂਦੇ ਹਾਂ ਤਾਂ ਇਹਨਾਂ ਦੇ ਵਿੱਚ ਇੰਟਰਾਟੋਮਿਕ ਡਿਸਟੈਂਸ ਜੋ ਹੈ ਚੇਂਜ ਹੁੰਦਾ ਹੈ, ਠੀਕ ਹੈ। ਤਾਂ ਉਹ ਜੋ ਡਿਸਟੈਂਸ ਚੇਂਜ ਹੁੰਦਾ ਹੈ ਨਾ, ਉਹਦੇ ਕਰਕੇ ਇਹਦੇ ਵਿੱਚ ਇੱਕ ਰੀਸਟੋਰਿੰਗ ਫੋਰਸ ਡਿਵੈਲਪ ਹੁੰਦਾ, ਜਿਵੇਂ ਸਪਰਿੰਗ ਦੇ ਵਿੱਚ ਡਿਵੈਲਪ ਹੁੰਦਾ ਸੀ। ਤਾਂ ਇਸ ਜੋ ਇਹ ਰੀਸਟੋਰਿੰਗ ਫੋਰਸ ਡਿਵੈਲਪ ਹੋ ਰਿਹਾ ਹੈ, ਜੋ ਅਪਲਾਈਡ ਫੋਰਸ ਕਰਕੇ, ਇਹ ਅਪਲਾਈਡ ਫੋਰਸ ਸੀਗਾ ਜੋ ਅਸੀਂ ਅਪਲਾਈ ਕਰ ਰਹੇ ਹਾਂ, ਠੀਕ ਹੈ। ਤਾਂ ਅਪਲਾਈਡ ਫੋਰਸ ਇਸ ਦੀ ਸ਼ੇਪ ਨੂੰ ਡਿਸਟੋਰਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਰੀਸਟੋਰਿੰਗ ਫੋਰਸ ਇਸ ਦੀ ਸ਼ੇਪ ਨੂੰ ਵਾਪਸ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਜਦੋਂ ਅਸੀਂ ਕਿਸੇ ਬਾਡੀ ਦੇ ਉੱਪਰ ਜੋ ਡਿਫਾਰਮਿੰਗ ਫੋਰਸ ਅਪਲਾਈ ਕਰਾਂਗੇ ਤਾਂ ਉਹਦੇ ਵਿੱਚ ਰੀਸਟੋਰਿੰਗ ਫੋਰਸ ਡਿਵੈਲਪ ਹੋਏਗਾ, ਉਹ ਉਸ ਨੂੰ ਵਾਪਸ ਉਹਦੀ ਨੈਚੁਰਲ ਸ਼ੇਪ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰੇਗਾ, ਠੀਕ ਹੈ। ਤਾਂ ਬਾਡੀ ਆਪਣੇ ਵਾਪਸ ਆਪਣੀ ਸ਼ੇਪ ਦੇ ਵਿੱਚ, ਆਪਣੇ ਸਾਈਜ਼ ਦੇ ਵਿੱਚ ਆ ਜਾਏਗੀ। ਤਾਂ ਇਸ ਪ੍ਰੋਪਰਟੀ ਨੂੰ ਅਸੀਂ ਕੀ ਕਹਿੰਦੇ ਆ? ਇਲਾਸਟਿਸਿਟੀ, ਠੀਕ ਹੈ। ਤੇ ਜੇ ਬਾਡੀ ਆਪਣੀ ਸ਼ੇਪ ਦੇ ਵਿੱਚ ਵਾਪਸ ਨਹੀਂ ਆਏਗੀ ਤਾਂ ਉਸ ਬਾਡੀ ਨੂੰ ਅਸੀਂ ਕਹਿੰਦੇ ਆ ਪਲਾਸਟਿਕ ਬਾਡੀ। ਜਿਹੜੀ ਬਾਡੀ ਆਪਣੀ ਸ਼ੇਪ ਦੇ ਵਿੱਚ ਵਾਪਸ ਆ ਜਾਏਗੀ ਉਸ ਨੂੰ ਕਹਿੰਦੇ ਆ ਇਲਾਸਟਿਕ ਬਾਡੀ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਡਿਫਾਈਨ ਕਰਦੇ ਹਾਂ ਡਿਫਾਰਮਿੰਗ ਫੋਰਸ ਨੂੰ। ਤਾਂ ਡਿਫਾਰਮਿੰਗ ਫੋਰਸ ਕੀ ਹੈ? ਅ ਫੋਰਸ which is applied on a body to change its shape size। ਤਾਂ ਇਸ ਦੇ ਉੱਪਰ ਜੋ ਅਸੀਂ ਇਹ ਫੋਰਸ ਅਪਲਾਈ ਕਰ ਰਹੇ ਹਾਂ, ਇਸ ਦੀ ਸ਼ੇਪ ਚੇਂਜ ਕਰਨ ਲਈ, ਇਸ ਦਾ ਸਾਈਜ਼ ਚੇਂਜ ਕਰਨ ਲਈ, ਇਸ ਨੂੰ ਡਿਫਾਰਮਿੰਗ ਫੋਰਸ ਕਹਿੰਦੇ ਆ, ਠੀਕ ਹੈ। ਇਸ ਤੋਂ ਬਾਅਦ ਅਸੀਂ ਡਿਫਾਈਨ ਕਰਦੇ ਹਾਂ ਰੀਸਟੋਰਿੰਗ ਫੋਰਸ। ਅ ਫੋਰਸ which is developed in the body when deforming force is applied on it। ਜਦੋਂ ਬਾਡੀ ਦੇ ਉੱਪਰ ਡਿਫਾਰਮਿੰਗ ਫੋਰਸ ਅਪਲਾਈ ਕਰਦੇ ਹਾਂ, ਇਹ ਜੋ ਅਪਲਾਈਡ ਫੋਰਸ ਹੈ ਇਹ ਡਿਫਾਰਮਿੰਗ ਫੋਰਸ ਹੈ, ਠੀਕ ਹੈ। ਜਦੋਂ ਅਸੀਂ ਬਾਡੀ ਦੇ ਉੱਪਰ ਡਿਫਾਰਮਿੰਗ ਫੋਰਸ ਅਪਲਾਈ ਕਰਦੇ ਹਾਂ ਤੇ ਬਾਡੀ ਦੇ ਵਿੱਚ ਜੋ ਡਿਵੈਲਪ ਹੁੰਦਾ ਹੈ ਫੋਰਸ, ਜਿਹੜਾ ਕਿ ਉਸ ਨੂੰ ਉਸਦੀ ਪੋਜੀਸ਼ਨ, ਉਸਦੀ ਸ਼ੇਪ ਦੇ ਵਿੱਚ ਵਾਪਸ ਲੈ ਕੇ ਆਉਂਦਾ ਹੈ, ਦੈਟ ਇਜ਼ ਕਾਲਡ ਰੀਸਟੋਰਿੰਗ ਫੋਰਸ, ਠੀਕ ਹੈ। ਤਾਂ ਇਸ ਦੀ ਡਾਇਰੈਕਸ਼ਨ ਇਸ ਤੋਂ ਕੀ ਹੋਏਗੀ? ਆਪੋਜ਼ਿਟ ਹੋਏਗੀ। ਤਾਂ ਇਸ ਨੂੰ ਵਾਪਸ ਲੈ ਕੇ ਆਏਗਾ ਜੀ, ਠੀਕ ਹੈ। ਹੁਣ ਅਸੀਂ ਡਿਫਾਈਨ ਕਰ ਰਹੇ ਹਾਂ ਜੀ ਇਲਾਸਟਿਕ ਬਾਡੀ ਨੂੰ। ਇਲਾਸਟਿਕ ਬਾਡੀ ਕੀ ਹੈ? ਅ ਬਾਡੀ ਵਿਚ ਕਮਸ ਬੈਕ ਟੂ ਇਟਸ ਓਰੀਜਨਲ ਸ਼ੇਪ ਸਾਈਜ਼ ਔਨ ਦਾ ਰਿਮੂਵਲ ਆਫ ਡਿਫਾਰਮਿੰਗ ਫੋਰਸ। ਕਿ ਜਦੋਂ ਅਸੀਂ ਡਿਫਾਰਮਿੰਗ ਫੋਰਸ ਹਟਾਇਆ ਤਾਂ ਬਾਡੀ ਜੀ ਆਪਣੀ ਓਰੀਜਨਲ ਸ਼ੇਪ ਦੇ ਵਿੱਚ ਵਾਪਸ ਆ ਜਾਂਦੀ ਹੈ, ਓਰੀਜਨਲ ਸਾਈਜ਼ ਦੇ ਵਿੱਚ ਵਾਪਸ ਆ ਜਾਂਦੀ ਹੈ, ਤਾਂ ਉਸ ਨੂੰ ਅਸੀਂ ਕੀ ਕਹਿੰਦੇ ਆ? ਇਲਾਸਟਿਕ ਬਾਡੀ, ਠੀਕ ਹੈ। ਤੇ ਇਸ ਪ੍ਰੋਪਰਟੀ ਨੂੰ ਕੀ ਕਹਿੰਦੇ ਆ? ਇਸ ਪ੍ਰੋਪਰਟੀ ਨੂੰ ਕਹਿੰਦੇ ਆ ਇਲਾਸਟਿਸਿਟੀ। That is the property due to which body comes back to its original shape and size is called elasticity। The next definition है जी plastic body ਦੀ। तो plastic body की है? Body which does not come to its original shape and size on the removal of deforming forces, and this property is called plasticity। ਜਿਸ ਤਰ੍ਹਾਂ ਦੇਖੋ ਅਸੀਂ ਇਲਾਸਟਿਕ ਬਾਡੀ ਤੇ ਇਲਾਸਟਿਸਿਟੀ ਨੂੰ ਡਿਫਾਈਨ ਕੀਤਾ ਸੀ, ਉਸੇ ਤਰੀਕੇ ਦੇ ਨਾਲ ਹੀ ਅਸੀਂ ਪਲਾਸਟਿਕ ਬਾਡੀ ਤੇ ਪਲਾਸਟਿਸਿਟੀ ਨੂੰ ਡਿਫਾਈਨ ਕਰ ਰਹੇ ਹਾਂ। ਤਾਂ ਜਿਹੜੀ ਬਾਡੀ ਆਪਣੀ ਸ਼ੇਪ ਸਾਈਜ਼ ਦੇ ਵਿੱਚ ਵਾਪਸ ਆ ਰਹੀ ਹੈ, ਜਦੋਂ ਅਸੀਂ ਡਿਫਾਰਮਿੰਗ ਫੋਰਸਿਸ ਹਟਾ ਰਹੇ ਹਾਂ ਤਾਂ ਉਸ ਨੂੰ ਕਹਿੰਦੇ ਆ ਇਲਾਸਟਿਕ ਬਾਡੀ, ਤੇ ਪ੍ਰੋਪਰਟੀ ਇਜ਼ ਕਾਲਡ ਇਲਾਸਟਿਸਿਟੀ। ਜੇ ਬਾਡੀ ਵਾਪਸ ਨਹੀਂ ਆ ਰਹੀ ਆਪਣੀ ਓਰੀਜਨਲ ਸ਼ੇਪ ਸਾਈਜ਼ ਦੇ ਵਿੱਚ ਤਾਂ ਅਸੀਂ ਉਸ ਬਾਡੀ ਨੂੰ ਕਹਿੰਦੇ ਆ ਜੀ ਪਲਾਸਟਿਕ ਬਾਡੀ, ਤੇ ਇਸ ਪ੍ਰੋਪਰਟੀ ਨੂੰ ਕਹਿੰਦੇ ਆ ਜੀ ਪਲਾਸਟਿਸਿਟੀ। ਹੁਣ ਅਸੀਂ ਦੋ ਬਹੁਤ ਇੰਪੋਰਟੈਂਟ ਡੈਫੀਨੇਸ਼ਨਸ ਕਰ ਰਹੇ ਹਾਂ ਜੀ, ਸਟ੍ਰੈਸ ਐਂਡ ਸਟ੍ਰੇਨ। ਇਹਨਾਂ ਦੋ ਟਰਮਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਲਾਸਟਿਸਿਟੀ ਚੈਪਟਰ ਦੇ ਲਈ। ਤਾਂ ਸਭ ਤੋਂ ਪਹਿਲਾਂ ਅਸੀਂ ਡਿਫਾਈਨ ਕਰਾਂਗੇ ਜੀ ਸਟ੍ਰੈਸ। ਦੇਖੋ, ਬਾਡੀ ਦੇ ਉੱਪਰ ਅਸੀਂ ਡਿਫਾਰਮਿੰਗ ਫੋਰਸ ਅਪਲਾਈ ਕਰ ਰਹੇ ਹਾਂ ਤਾਂ ਉਹਦੇ ਵਿੱਚ ਰੀਸਟੋਰਿੰਗ ਫੋਰਸ ਪੈਦਾ ਹੋ ਰਿਹਾ ਹੈ। ਜੋ ਰੀਸਟੋਰਿੰਗ ਫੋਰਸ ਡਿਵੈਲਪ ਹੋਇਆ ਹੈ ਪਰ ਯੂਨਿਟ ਏਰੀਆ, ਫੋਰਸ ਪਰ ਯੂਨਿਟ ਏਰੀਆ, ਠੀਕ ਹੈ। ਤਾਂ ਇਸ ਦਾ ਫਾਰਮੂਲਾ ਹੈ ਜੀ, ਇਟ ਇਜ਼ ਰੀਸਟੋਰਿੰਗ ਫੋਰਸ ਡਿਵੈਲਪ ਪਰ ਯੂਨਿਟ ਏਰੀਆ, ਠੀਕ ਹੈ। ਤਾਂ ਸਟ੍ਰੈਸ ਨੂੰ ਅਸੀਂ ਲਿਖ ਸਕਦੇ ਹਾਂ ਜੀ, ਸਟ੍ਰੈਸ ਇਜ਼ ਇਕੁਅਲ ਟੂ ਫੋਰਸ ਪਰ ਯੂਨਿਟ ਏਰੀਆ। ਤੇ ਇਸ ਦੇ ਜੋ SI ਯੂਨਿਟ ਹੈ ਉਹ ਕੀ ਹੋਣਗੇ?
ਇਸ ਦੇ ਜੋ ਐਸਆਈ ਯੂਨਿਟ ਹੈ, ਫੋਰਸ ਦੇ ਯੂਨਿਟ ਹੁੰਦੇ ਆ ਜੀ ਨਿਊਟਨ ਏਰੀਏ ਦੇ, ਮੀਟਰ ਸਕੁਆਇਰ ਪਰ ਮੀਟਰ ਸਕੁਆਇਰ, ਜਾਂ ਇਸ ਨੂੰ ਕਹਾਂਗੇ ਜੀ ਨਿਊਟਨ ਪਰ ਮੀਟਰ ਸਕੁਆਇਰ ਨੂੰ ਅਸੀਂ ਕਹਿੰਦੇ ਹੁੰਦੇ ਆ ਪਾਸਕਲ। ਠੀਕ ਹੈ ਜੀ, ਪੀਏ ਪਾਸਕਲ ਤਾਂ ਇਸ ਦੀ ਐਸਆਈ ਯੂਨਿਟ ਹੈ। ਠੀਕ ਹੈ, ਹੁਣ ਅਸੀਂ ਗੱਲ ਕਰਦੇ ਹਾਂ ਜੀ ਟਾਈਪਸ ਆਫ ਸਟ੍ਰੈਸ ਦੀਆਂ। ਤੇ ਇਸ ਦੀਆਂ ਦੋ ਟਾਈਪਸ ਹੈ ਜੀ, ਇੱਕ ਤਾਂ ਹੈਗੀ ਹੈ ਜੀ ਨਾਰਮਲ ਸਟ੍ਰੈਸ, ਠੀਕ ਹੈ, ਦੂਸਰੀ ਹੈ ਜੀ ਸ਼ੀਅਰ ਸਟ੍ਰੈਸ। ਸ਼ੀਅਰ ਸਟ੍ਰੈਸ ਨੂੰ ਅਸੀਂ ਟੈਂਜੈਂਸ਼ੀਅਲ ਸਟ੍ਰੈਸ ਵੀ ਕਹਿ ਦਿੰਦੇ ਹਾਂ। ਵਨ ਬਾਈ ਵਨ ਅਸੀਂ ਦੋਨਾਂ ਨੂੰ ਡਿਸਕਸ ਕਰਦੇ ਹਾਂ। ਦੇਖੋ ਨਾਰਮਲ ਸਟ੍ਰੈਸ ਪਹਿਲਾਂ ਜੀ, ਨਾਰਮਲ ਸਟ੍ਰੈਸ ਕੀ ਹੈ? ਨਾਰਮਲ ਸਟ੍ਰੈਸ ਹੈ ਕਿ ਜਦੋਂ ਜਿਹੜਾ ਫੋਰਸ ਐਕਟ ਕਰ ਰਿਹਾ ਹੈ, ਇਹ ਜੋ ਫੋਰਸ ਹੈ ਜਦੋਂ ਬੋਡੀ ਦੇ ਉੱਪਰ ਨਾਰਮਲੀ ਐਕਟ ਕਰ ਰਿਹਾ ਹੋਵੇ, ਪਰਪੈਂਡੀਕੂਲਰਲੀ ਐਕਟ ਕਰ ਰਿਹਾ ਹੋਵੇ, ਇਹ ਬੋਡੀ ਹੈ। ਠੀਕ ਹੈ, ਕੋਈ ਵੀ ਇੱਕ ਕਿਊਬ ਅਸੀਂ ਅਜ਼ਿਊਮ ਕਰ ਰਹੇ ਹਾਂ, ਕੋਈ ਵੀ ਕਿਊਬਿਕਲ ਬੋਡੀ ਹੈ ਕਿਸ ਸਰਫੇਸ ਦੇ ਉੱਪਰ ਪਈ ਹੋਈ ਹੈ, ਅਸੀਂ ਉਸ ਦੇ ਉੱਪਰ ਇਸ ਦੀ ਸਰਫੇਸ ਦੇ ਪਰਪੈਂਡੀਕੂਲਰ ਫੋਰਸ ਲਗਾ ਰਹੇ ਹਾਂ। ਠੀਕ ਹੈ, ਇਸ ਨੂੰ ਕੰਪਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਜੋ ਇਸ ਦੀ ਸਰਫੇਸ ਤੇ ਪਰਪੈਂਡੀਕੂਲਰ ਫੋਰਸ ਲੱਗਦਾ ਹੈ ਤਾਂ ਉਸ ਨੂੰ ਨਾਰਮਲ ਫੋਰਸ ਕਹਿੰਦੇ ਆ। ਤਾਂ ਨਾਰਮਲ ਸਟ੍ਰੈਸ ਕਿਸ ਦੇ ਇਕੁਅਲ ਹੁੰਦੀ ਹੈ? ਤਾਂ ਜਿਹੜੀ ਨਾਰਮਲ ਸਟ੍ਰੈਸ ਹੈ that is equal to normal force per unit area, ਜੋ ਅਸੀਂ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਵਿੱਚ ਫੋਰਸ ਅਪਲਾਈ ਕਰ ਰਹੇ ਹਾਂ। ਠੀਕ ਹੈ, ਯੂਨਿਟ ਉਹੀ ਹੈ ਦੇਖੋ, ਠੀਕ ਹੈ ਨਾ, ਸਟ੍ਰੈਸ ਦੀ ਟਾਈਪ ਹੈ ਤਾਂ ਨਾਰਮਲ ਸਟ੍ਰੈਸ। ਹੁਣ ਇਹ ਅੱਗੋਂ ਦੋ ਤਰ੍ਹਾਂ ਦੀ ਹੁੰਦੀ ਹੈ ਜੀ। ਠੀਕ ਹੈ, ਅਸੀਂ ਜਾਂ ਤਾਂ ਬੋਡੀ ਨੂੰ ਕੰਪਰੈਸ ਕਰ ਸਕਦੇ ਹਾਂ ਦੇਖੋ, ਜਾਂ ਬੋਡੀ ਨੂੰ ਸਟ੍ਰੈਚ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਤਾਂ ਇਹ ਹੋਏਗੀ ਜੀ ਕੰਪਰੈਸ਼ਨਲ ਸਟ੍ਰੈਸ, ਕਿ ਅਸੀਂ ਕੰਪਰੈਸ ਕਰ ਰਹੇ ਹਾਂ। ਜੋ ਸੈਕਿੰਡ ਟਾਈਪ ਹੈ ਜੀ ਉਹ ਹੈ ਟੈਂਸਾਈਲ ਸਟ੍ਰੈਸ। ਠੀਕ ਹੈ, ਜਿਸ ਤਰ੍ਹਾਂ ਤੁਸੀਂ ਸੈਕਿੰਡ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ ਬੋਡੀ ਨੂੰ ਅਸੀਂ ਸਟ੍ਰੈਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਠੀਕ ਹੈ, ਉੱਪਰ ਕੰਪਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਨੀਚੇ ਸਟ੍ਰੈਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਕੰਪਰੈਸ ਕਰ ਰਹੇ ਹਾਂ ਤਾਂ ਕੰਪਰੈਸ਼ਨਲ ਸਟ੍ਰੈਸ ਹੈ, ਜੇ ਸਟ੍ਰੈਚ ਕਰ ਰਹੇ ਹਾਂ ਤਾਂ ਟੈਂਸਾਈਲ ਸਟ੍ਰੈਸ ਹੈ। ਠੀਕ ਹੈ, ਦੋਨੋਂ ਨਾਰਮਲ ਐਕਟ ਕਰਦੀਆਂ ਤਾਂ ਇਸ ਲਈ ਇਹ ਕੀ ਹੈ ਜੀ ਨਾਰਮਲ ਸਟ੍ਰੈਸ ਹੈ। ਦੂਸਰੀ ਟਾਈਪ ਅਸੀਂ ਕਰਨ ਜਾ ਰਹੇ ਹਾਂ ਉਹ ਹੈ ਜੀ ਸ਼ੀਅਰ ਸਟ੍ਰੈਸ। ਦੇਖੋ ਜਿਸ ਤਰ੍ਹਾਂ ਇੱਕ ਬੋਡੀ ਪਈ ਹੈ ਜੀ, ਠੀਕ ਹੈ, ਉਹ ਬੁੱਕ ਵੀ ਹੋ ਸਕਦੀ ਹੈ, ਕੋਈ ਵੀ ਬੋਡੀ, ਅਸੀਂ ਇਹਦੇ ਟੌਪ ਤੇ ਬਿਲਕੁਲ ਦੇਖੋ ਇਸ ਦੇ ਟੈਂਜੈਂਟ ਫੋਰਸ ਲਗਾ ਰਹੇ ਹਾਂ ਇਸ ਦੀ ਸ਼ੇਪ ਨੂੰ ਚੇਂਜ ਕਰਨ ਲਈ, ਕਿ ਬੇਸ ਜਿਹੜਾ ਇਸ ਦਾ ਉਸੇ ਜਗ੍ਹਾ ਤੇ ਰਵੇ ਤੇ ਉੱਪਰਲਾ ਫੇਸ ਜਿਹੜਾ ਉਹ ਚੇਂਜ ਹੋ ਜਾਏ। ਠੀਕ ਹੈ, ਉੱਪਰਲਾ ਫੇਸ ਥੋੜਾ ਜਿਹਾ ਅੱਗੇ ਚਲਾ ਜਾਵੇ ਤੇ ਇਸ ਦੀ ਸ਼ੇਪ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੋ ਜਾਏ ਜੀ, ਡਿਸਟੋਰਟ ਹੋ ਜਾਏ ਥੋੜੀ ਜੀ। ਠੀਕ ਹੈ, ਤਾਂ ਪਹਿਲਾਂ ਉਹਦੀ ਸ਼ੇਪ ਸੀਗੀ ਜੀ ਏ ਬੀ ਸੀ ਡੀ, ਹੁਣ ਹੋ ਗਈ ਜੀ ਏ ਡੈਸ਼ ਬੀ ਡੈਸ਼ ਸੀ ਤੇ ਡੀ। ਇਸ ਤਰ੍ਹਾਂ ਦੀ ਜੋ ਸਟ੍ਰੈਸ ਲੱਗਦੀ ਹੈ ਇਸ ਦੇ ਏਰੀਆ ਦੇ ਉੱਪਰ, ਠੀਕ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਜੀ ਸ਼ੀਅਰ ਸਟ੍ਰੈਸ, ਟੈਂਜੈਂਸ਼ੀਅਲ ਸਟ੍ਰੈਸ। मतलब फोर्स ही टेंजेंशियल है। shear stress is equal to, or tangential stress is equal to tangential force per unit area। ठीक है जी, ਹੁਣ ਅਸੀਂ ਗੱਲ ਕਰਦੇ ਹਾਂ ਜੀ ਨੈਕਸਟ ਜੋ ਸਾਡੀ ਡੈਫੀਨੇਸ਼ਨ ਹੈ, ਇਟ ਇਜ਼ ਸਟ੍ਰੇਨ। ਠੀਕ ਹੈ, ਸਟ੍ਰੇਨ ਨੂੰ ਅਸੀਂ ਕਿਸ ਤਰ੍ਹਾਂ ਡਿਫਾਈਨ ਕਰਦੇ ਹਾਂ ਜੀ? ਇਟ ਇਜ਼ ਚੇਂਜ ਇਨ ਡਾਇਮੈਂਸ਼ਨਸ ਆਫ ਦਾ ਬੋਡੀ ਪਰ ਯੂਨਿਟ ਓਰੀਜਨਲ ਡਾਇਮੈਂਸ਼ਨਸ, ਕਿ ਬੋਡੀ ਦੀ ਲੈਂਥ ਵੋਲਿਊਮ ਐਟਸੈਟਰਾ ਚੇਂਜ ਕਰ ਰਿਹਾ, ਜਿੰਨਾ ਚੇਂਜ ਕੀਤਾ ਡਿਵਾਈਡਡ ਬਾਈ ਓਰੀਜਨਲ। ਠੀਕ ਹੈ, ਇਸ ਦੀਆਂ ਟਾਈਪਸ ਕੀ ਹੁੰਦੀਆਂ ਜੀ? ਹੁਣ types of strain is of three types: longitudinal strain, volumetric strain and shear strain। ठीक है, ਅਸੀਂ वन बाय वन ਇਹਨਾਂ ਨੂੰ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ longitudinal strain। ਜਿਸ ਤਰ੍ਹਾਂ ਅਸੀਂ ਉੱਪਰ ਡਿਫਾਈਨ ਕੀਤਾ ਹੈ ਕਿ it is change in dimension per unit original dimension, ਤਾਂ ਜੋ longitudinal strain ਹੈ ਉਹ ਕੀ ਹੈ? it is a ratio of change in length to the original length। ਠੀਕ ਹੈ, ਅਸੀਂ ਇੱਥੇ ਦੇਖੋ ਵਾਇਰ ਅਜ਼ਿਊਮ ਕੀਤੀ ਹੈ ਜਿਸ ਦੀ ਓਰੀਜਨਲ ਲੈਂਥ L ਹੈ। ਜਦੋਂ ਇਸ ਦੇ ਉੱਪਰ ਫੋਰਸ ਅਪਲਾਈ ਕਰਦੇ ਹਾਂ ਇਸ ਦੀ ਲੈਂਥ ਜੋ ਹੈ ਉਹ ਇਨਕਰੀਜ਼ ਹੋ ਜਾਂਦੀ ਹੈ ਬਾਈ ਸਮਾਲ ਅਮਾਊਂਟ, ਦੈਟ ਇਜ਼ ਡੈਲਟਾ L। ਤਾਂ ਡੈਲਟਾ L ਅਮਾਊਂਟ ਦੇ ਨਾਲ ਇਸ ਦੀ ਜੋ ਲੈਂਥ ਹੈ ਉਹ ਚੇਂਜ ਹੋ ਗਈ। ਠੀਕ ਹੈ, ਜੋ ਓਰੀਜਨਲ ਲੈਂਥ ਸੀ ਦੈਟ ਇਜ਼ L।
क्लियर। तो लॉन्गिट्यूडनल स्ट्रेन किस दे इक्वल हो जाएगी, तो लॉन्गिट्यूडनल स्ट्रेन होएगी जी डेल्टा एल ओवर एल। देखो क्योंकि जो स्ट्रेन है वो चेंज इन डिमेंशनस ओवर ओरिजिनल डिमेंशन है, ठीक है, जहाँ से चेंज इन लेंथ ओवर ओरिजिनल लेंथ की गल कर रहे हैं, तो ये डिमेंशनलैस होएगी, ठीक है, इनके कोई यूनिट्स नहीं होंगे, तो इनके एसआई यूनिट की होंगे जी, जे ਅਸੀਂ एसआई यूनिट्स की गल करिए तो ਅਸੀਂ कहांगे जी नो यूनिट्स, स्ट्रेन के कोई यूनिट्स नहीं होंगे जी, ठीक है। तो लॉन्गिट्यूडनल स्ट्रेन हो जाएगी जी डेल्टा एल ओवर एल। इसी तरह वॉल्यूमेट्रिक स्ट्रेन हो जाएगी जी चेंज इन वॉल्यूम ओवर ओरिजिनल वॉल्यूम, ठीक है। तो शीयर स्ट्रेन ਅਸੀਂ डिफाइन करांगे, तो वॉल्यूमेट्रिक स्ट्रेन ਨੂੰ ਅਸੀਂ ਦੇਖੋ ਪਹਿਲਾਂ ਵੀ ਡਿਫਾਈਨ ਕਰ ਚੁੱਕੇ ਹਾਂ, that is the ratio of change in volume to the original volume, ਤਾਂ ਇਸ ਨੂੰ ਅਸੀਂ ਲਿਖ ਸਕਦੇ ਹਾਂ ਡੈਲਟਾ v ਚੇਂਜ ਇਨ ਵੋਲਿਊਮ ਡਿਵਾਈਡਡ ਬਾਈ ओरिजिनल वॉल्यूम ਜਾਂ dv ਓਵਰ v। ਇੱਕ ਦੇਖੋ ਇਹ ਅਸੀਂ ਸਫੀਅਰ ਅਸਿਊਮ ਕਰ ਰਹੇ ਹਾਂ, ਇਸ ਦਾ ओरिजिनल वॉल्यूम v ਹੈ, ਠੀਕ ਹੈ, ਤਾਂ ਇਹਦੇ ਉੱਪਰ ਸਟ੍ਰੈਸ ਅਪਲਾਈ ਕਰਦੇ ਹਾਂ ਫਰੋਮ ਆਲ ਦਾ ਸਾਈਡਸ, ਤੇ ਜਦੋਂ ਸਟ੍ਰੈਸ ਅਪਲਾਈ ਕਰਦੇ ਹਾਂ ਤਾਂ ਅਸੀਂ ਅਸਿਊਮ ਕਰਦੇ ਹਾਂ ਕਿ ਇਸ ਦਾ ਵੋਲਿਊਮ ਥੋੜਾ ਜਿਹਾ ਡਿਕਰੀਜ਼ ਹੋ ਜਾਂਦਾ ਹੈ, ਠੀਕ ਹੈ। ਤੇ ਕਿੰਨਾ ਡਿਕਰੀਜ਼ ਹੁੰਦਾ ਜੀ ਇਸ ਦਾ ਵੋਲਿਊਮ, ਕਿੰਨਾ ਚੇਂਜ ਹੁੰਦਾ ਹੈ, ਇਸ ਦਾ ਵੋਲਿਊਮ ਚੇਂਜ ਹੁੰਦਾ ਜੀ ਬਾਈ ਅਮਾਊਂਟ ਡੈਲਟਾ v, ਬਾਕੀ ਬਚ ਜਾਂਦਾ v ਮਾਈਨਸ ਡੈਲਟਾ v, ਠੀਕ ਹੈ। ਤੇ ਇੱਥੇ ਡੈਲਟਾ v ਬਾਈ v ਚੇਂਜ ਆਏਗੀ ਜੋ ਵੋल्यूमेट्रिक स्ट्रेन आएगी, बट नाल नेगेटिव साइन लगेगा क्योंकि जो चेंज है फाइनल वॉल्यूम लेस है, तो चेंज होंगी है फाइनल माइनस इनिशियल, तो माइनस डेल्टा वी, जो नेगेटिव साइन है वो दिखा रहा है कि वॉल्यूम डिक्रीज कर रहा है। लास्ट टॉपिक ਦੇ ਵਿੱਚ ਅਸੀਂ ਡੈਲਟਾ ਐਲ ਬਾਈ ਐਲ ਲਿਖਿਆ ਸੀ, ਤਾਂ ਲੈਂਥ ਇਨਕਰੀਜ਼ ਕਰ ਰਹੀ ਸੀ, ਜੇ ਪੋਜ਼ਿਟਿਵ ਹੈ ਚੇਂਜ ਇਨਕਰੀਜ਼ ਕਰ ਰਿਹਾ ਕੁਛ ਤਾਂ ਪੋਜ਼ਿਟਿਵ, डिक्रीज कर रहा था नेगेटिव। तीसरा है शीयर स्ट्रेन। तो शीयर स्ट्रेन ਨੂੰ ਡਿਫਾਈਨ ਕਰਨ ਲਈ ਦੇਖੋ ਫਿਰ ਅਸੀਂ ਇੱਕ ਵਾਰ ਇੱਕ ਬਾਕਸ ਜਾਂ ਇੱਕ ਕਿਊਬ ਅਸਿਊਮ ਕਰ ਰਹੇ ਹਾਂ, ਤੁਸੀਂ ਇੱਕ ਬੁੱਕ ਵੀ ਅਸਿਊਮ ਕਰ ਸਕਦੇ ਹੋ ਕਿ ਜਿਸ ਦਾ ਜੋ ਬੇਸ ਹੈ ਉਹ ਫਿਕਸਡ ਹੈ, ਠੀਕ ਹੈ, ਉਹ ਟੇਬਲ ਦੇ ਨਾਲ फ्रिक्शन करके अटैच्ड है। ਅਸੀਂ ਇਹਦੇ ਟੌਪ ਫੇਸ ਤੇ ਫੋਰਸ ਲਗਾ ਰਹੇ ਹਾਂ ਟੈਂਜੈਂਸ਼ੀਅਲ ਫੋਰਸ, ਠੀਕ ਹੈ। ਤਾਂ ਕੀ ਹੁੰਦਾ ਹੈ ਕਿ ਜੋ ਉਸਦੀ ਟੌਪ ਸਰਫੇਸ ਆ ਉਹ ਥੋੜੀ ਡਿਸਟੋਰਟ ਹੋ ਜਾਂਦੀ ਹੈ, ਜਿਹੜਾ ਇਹ ਪੁਆਇੰਟ ਹੈ ਉਹ ਥੋੜਾ ਜਿਹਾ ਅੱਗੇ ਹੋ ਜਾਂਦਾ ਹੈ, ਇਹ ਵਾਲਾ ਪੁਆਇੰਟ ਇੱਥੇ ਹੋ ਜਾਂਦਾ ਹੈ ਜੀ, ਇਹ ਵਾਲਾ ਪੁਆਇੰਟ ਥੋੜਾ ਜਿਹਾ ਹੋਰ ਅੱਗੇ ਸ਼ਿਫਟ ਕਰ ਜਾਂਦਾ ਤੇ ਇਹ ਪੁਆਇੰਟ ਇੱਥੇ ਸ਼ਿਫਟ ਕਰ ਜਾਂਦਾ ਜੀ, ਤੇ ਇਹਦੀ ਜੋ ਸ਼ੇਪ ਹੈ ਉਹ ਇਸ ਤਰ੍ਹਾਂ ਦੀ ਬਣ ਜਾਂਦੀ ਹੈ। ਇਸ ਦੀ ਸਾਈਡ ਅਸੀਂ ਅਸਿਊਮ ਕਰਦੇ ਹਾਂ ਕਿ L ਇਸ ਦੀ ਸਾਈਡ ਹੈ, ਤਾਂ ਜੋ ਐਂਗਲ ਬਣ ਰਿਹਾ ਨਾ, ਜੋ ਸਾਈਡ ਜੋ ਪਹਿਲਾਂ ਜਿੱਥੇ ਸੀ ਤਾਂ ਉੱਥੋਂ ਸ਼ਿਫਟ ਹੋ ਕੇ ਸਾਈਡ ਅੱਗੇ ਹੋ ਗਈ, ਠੀਕ ਹੈ, ਕਿੰਨੀ ਚੇਂਜ ਆਈ ਜੀ, ਕਿੰਨੀ ਮੂਵਮੈਂਟ ਹੋਈ, ਇਟ ਇਜ਼ ਡੈਲਟਾ x। ਤਾਂ ਜੋ ਸ਼ੀਅਰ ਸਟ੍ਰੇਨ ਹੈ ਉਹ ਥੀਟੇ ਨਾਲ ਡਿਨੋਟ ਕੀਤੀ ਜਾਂਦੀ ਹੈ ਕਿ ਕਿੰਨੇ ਐਂਗਲ ਨਾਲ ਆ ਸਾਈਡ ਜਿਹੜੀ ਹੈ ਆਪਣੀ ओरिजिनल ਪਲੇਸ ਛੱਡ ਕੇ ਕਿਸੇ ਹੋਰ ਪਲੇਸ ਤੇ ਚਲੀ ਗਈ। ਦੇਖੋ ਇਹਦੇ ਵਿੱਚ ਕੋਈ ਲੈਂਥ ਇਨਕਰੀਜ਼ ਡਿਕਰੀਜ਼ ਕਰਨ ਵਾਲੀ ਜਾਂ ਵੋਲਿਊਮ ਇਨਕਰੀਜ਼ ਡਿਕਰੀਜ਼ ਕਰਨ ਵਾਲੀ ਗੱਲ ਨਹੀਂ, ਇਹਦੇ ਵਿੱਚ ਸ਼ੇਪ ਚੇਂਜ ਹੋ ਰਹੀ ਹੈ, ਠੀਕ ਹੈ। तो थीटा किस दे इक्वल हो गया जी, फिर थीटा इज इक्वल टू आर्क डिवाइडेड बाय रेडियस, तो स्मॉल होएगा जी एंगल है, तो इसलिए थीटा ਨੂੰ ਲਿਖ ਰਹੇ ਹਾਂ ਜੀ डेल्टा x डिवाइडेड बाय l, कि जिन्नी ये साइड मूव की हॉरिजेंटली डिवाइडेड बाय इट्स ओरिजिनल लेंथ, ठीक है जी। तो ये साडे कोल शीयर स्ट्रेन का फार्मूला है जी, याद रखिया जी। तो एसआई सिस्टम के असीं रेडियन के एंगल जिहड़ा है वो कैलकुलेट करांगे, ठीक है। हुण असीं गल करते हैं जी हुक्स लॉ दी। देखो एक बॉडी के उपर असीं स्ट्रैस अप्लाई करते हैं तो उहदे विच स्ट्रेन प्रोड्यूस हुंदा है, ठीक है। तो ये देखा गया कि जो स्ट्रैस वर्सेस स्ट्रेन का ग्राफ है, जो स्ट्रेन प्रोड्यूस हो रही है स्ट्रैस अप्लाई करन ते, दिस इज ऑन दिस साइड वी आर टेकिंग स्ट्रैस एंड ऑन वाई एक्सिस असीं स्ट्रेन लै रहे हैं, तो इन्हां दोनों दे विच जो ग्राफ है दैट इज अ स्ट्रेट लाइन, ठीक है। अकॉर्डिंग टू हुक्स लॉ, according to this law, strain produced is directly proportional to stress applied, ठीक है, और we can say stress is directly proportional to strain, इको ही गल है जी, ठीक है। तो इत्थे कांस्टेंट लग जाएगा जी, stress is equal to constant multiplied by strain, यहाँ से ये कह सकते हैं कि stress over strain
इज इक्वल टू कॉन्स्टेंट। ठीक है जी। पर एक ग्राफ स्ट्रेट लाइन होएगा विद इन द इलास्टिक लिमिट ऑफ द बॉडी, विद इन इलास्टिक लिमिट, कि बॉडी इस तरीके ਨਾਲ ਬਿਹੇਵ ਕਰਦੀ ਹੈ ਇੱਕ ਲਿਮਿਟ ਤੱਕ। ਜੇ ਅਸੀਂ ਇਸ ਲਿਮਿਟ ਤੋਂ ਜ਼ਿਆਦਾ ਬॉडी ਦੇ ਉੱਪਰ ਸਟ੍ਰੈਸ ਲਗਾਈਏ ਤਾਂ ਫਿਰ ਇਹ ਗ੍ਰਾਫ ਸਟ੍ਰੇਟ ਲਾਈਨ ਨਹੀਂ ਰਹਿੰਦਾ। ਠੀਕ ਹੈ, ਤਾਂ ਜਿਹੜਾ ਹੁਕਸ ਲਾ ਓਬੇ ਕਰੇਗਾ, ਉਹ ਓਬੇ ਕਰੇਗਾ ਜੀ ਵਿਦ ਇਨ ਦਾ ਇਲਾਸਟਿਕ ਲਿਮਿਟ। ਜੇ ਅਸੀਂ ਇਲਾਸਟਿਕ ਲਿਮਿਟ ਨਾਲੋਂ ਜ਼ਿਆਦਾ ਫੋਰਸ ਲਗਾ ਦਾਂਗੇ, ਜ਼ਿਆਦਾ ਸਟ੍ਰੈਸ ਲਗਾ ਦਾਂਗੇ, ਤਾਂ ਫਿਰ ਉਹ ਸਟ੍ਰੇਨ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਨਹੀਂ ਰਹੇਗਾ, ਉਹਦਾ ਗ੍ਰਾਫ ਜਿਹੜਾ ਉਹ ਕਿਸੇ ਹੋਰ ਸ਼ੇਪ ਦਾ ਹੋ ਸਕਦਾ ਹੈ। ਠੀਕ ਹੈ, ਉਹਨੂੰ ਅਸੀਂ ਬਾਅਦ ਵਿੱਚ ਡਿਸਕਸ ਕਰਾਂਗੇ ਸਟ੍ਰੈਸ ਸਟ੍ਰੇਨ ਗ੍ਰਾਫ ਦੇ ਵਿੱਚ। ਇੱਥੇ ਅਸੀਂ ਸਿਰਫ ਇਹੀ ਕਵਾਂਗੇ ਕਿ ਜੇ ਅਸੀਂ ਵਿਦ ਇਨ ਦਾ ਇਲਾਸਟਿਕ ਬਿਹੇਵੀਅਰ ਗੱਲ ਕਰੀਏ, ਵਿਦ ਇਨ ਦਾ ਇਲਾਸਟਿਕ ਲਿਮਿਟ ਗੱਲ ਕਰੀਏ, ਤਾਂ strain is directly proportional to stress और stress is directly proportional to strain। ठीक है, तो stress over strain is equal to constant। इसनों कहते हैं जी coefficient of elasticity। जो एक constant है इसनों ਅਸੀਂ ਕਹਿ ਦਿੰਦੇ ਆ coefficient of elasticity। ਇਹਦੀ ਅਸੀਂ ਗੱਲ ਅੱਗੇ ਜਾ ਕੇ ਕਰਾਂਗੇ coefficient of elasticity, next topic ਦੇ ਵਿੱਚ ਇਸ ਦੀ ਗੱਲ ਕਰਾਂਗੇ। ਠੀਕ ਹੈ ਜੀ, ਤਾਂ ਆਈ ਹੋਪ ਕਿ ਤੁਹਾਨੂੰ ਇਹ ਟੌਪਿਕ ਜਿਹੜਾ ਉਹ ਸਮਝ ਲੱਗ ਗਿਆ ਹੋਵੇਗਾ। ਤਾਂ ਬੜਾ ਸਿੰਪਲ ਜਿਹਾ ਟੌਪਿਕ ਸੀਗਾ ਜੀ, ਬਹੁਤ ਇੰਟਰਸਟਿੰਗ ਚੈप्टर है। ठीक है, सो ऑल द बेस्ट, हैव अ नाइस डे।